यस सर ਇਸੇ ਨੂੰ ਕੰਟੀਨਿਊ ਕਰ ਰਹੇ ਹਾਂ ਹੁਣ ਆਪਾਂ ਟੌਪਿਕ ਚ ਨੇ ਆਪਾਂ ਨੇ ਇਹ ਕਿਹਾ ਕਿ ਵੀ ਬਾਡੀ ਜਦੋਂ ਡਾਊਨਵਰਡ ਇਨਕਲਾਈਨਡ ਪਲੇਨ ਤੇ ਆਏਗੀ ਇਹਦੀ ਐਕਸਲਰੇਸ਼ਨ ਕੈਲਕੂਲੇਟ ਕਰੋ ਕਿੰਨੀ ਆਣੀ ਤੇ ਪੁੱਤ ਉਹਦੇ ਲਈ ਐਸ ਚ ਆਪਾਂ ਕੰਡੀਸ਼ਨ ਇਹ ਦਿੱਤੀ ਕਿ ਵੀ ਜਿਹੜੀਆਂ ਫੋਰਸਿਸ ਨੇ ਉਹ ਆਪਣੀਆਂ ਦੋ ਵੇ ਨਾਲ ਆਪਾਂ ਕੰਸੀਡਰ ਕਰਦੇ ਆ ਇੱਕ ਇਸ ਇਨਕਲਾਈਨਡ ਪਲੇਨ ਦੇ ਪਰਪੈਂਡੀਕੂਲਰ ਫੋਰਸਿਸ ਆ ਜਿੱਦਾਂ r ਤੇ mg cos alpha ठीक है ये दोनों फोर्सेस इस इनक्लाइंड प्लेन ਦੇ परपेंडिकुलर ਤੇ ਆ ਫੋਰਸ mg sin थीटा ਤੇ f ਜਿਹੜੀ ਆ ਹਨਾ ਜਾਂ ਜਿਹੜੀ ਨੈਟ ਫੋਰਸ ਬਚੂਗੀ ਇਹ ਅਲੋਂਗ ਦਾ ਇਨਕਲਾਈਨਡ ਪਲੇਨ ਇਸ ਲਈ ਇੱਕ ਅਲੋਂਗ ਦਾ ਇਨਕਲਾਈਨਡ ਪਲੇਨ ਇੱਕ ਪਰਪੈਂਡੀਕੂਲਰ ਟੂ ਇਨਕਲਾਈਨਡ ਪਲੇਨ ਇਹਨਾਂ ਦੋਨਾਂ ਦੇ ਤੁਸੀਂ ਫੋਰਸਿਸ ਚੈੱਕ ਕਰਨੀਆਂ ਕਿਹੜੀਆਂ ਕਿਹੜੀਆਂ ਤੇ ਪਹਿਲੀ ਕੰਡੀਸ਼ਨ ਆਪਾਂ ਲਿਖਦੇ ਪਏ ਠੀਕ ਹੈ ਇਨ ਪਰਪੈਂਡੀਕੂਲਰ ਡਾਇਰੈਕਸ਼ਨ ਟੂ ਇਨਕਲਾਈਨਡ ਪਲੇਨ ਤੇ ਇੱਕ ਆ ਗਈ r ਤੇ ਇੱਕ ਆ ਗਈ mg cos alpha ਤੇ ਨਾ ਤਾਂ ਬਾਡੀ ਹਵਾ ਚ ਉੱਪਰ ਨੂੰ ਤੇ ਨਾ ਇਨਕਲਾਈਨਡ ਪਲੇਨ ਦੇ ਅੰਦਰ ਨੂੰ ਜਾਂਦੀ ਪਈ ਇਸ ਲਈ r ਕਿੰਨਾ ਬੈਲੈਂਸ ਆ r equal to mg cos theta मेरे को आ एक इक्वेशन बन जाएगी दूसरे पासे जे along द inclined plane चलिए जे along the inclined plane move करिए ते along the inclined plane downward force mg sin theta वा upward force मेरी f force of friction है जे ये दोनों बराबर ਹੁੰਦੀਆਂ ਤੇ ਸਿਸਟਮ 'ਚ ਐਕਸਲਰੇਸ਼ਨ ਨਹੀਂ ਸੀ ਆਣੀ ਜੇ ਆਪਾਂ ਇਹ ਕੈਲਕੂਲੇਟ ਕਰ ਰਹੇ ਹਾਂ ਕਿ ਬਾਡੀ ਦੀ ਡਾਊਨਵਰਡ ਆਂਦੇ ਐਕਸਲਰੇਸ਼ਨ ਕੱਢੋ ਤੇ ਇਹਦਾ ਮਤਲਬ ਆ ਕਿ ਡਾਊਨਵਰਡ ਫੋਰਸ ਇਸ ਫੋਰਸ ਆਫ ਫ੍ਰਿਕਸ਼ਨ ਤੋਂ ਗ੍ਰੇਟਰ ਹੋ यस सर ਇਹਦਾ ਮਤਲਬ ਅਲੋਂਗ ਦਾ ਇਨਕਲਾਈਨਡ ਪਲੇਨ ਜਿਹੜੀ ਆਪਣੀ ਇਕੁਏਸ਼ਨ ਬਣਨੀ ਆ ਉਹਦੇ ਚ mg sin θ ਦਾ f ਆਪੋਜ਼ਿਟ ਆ ਆਪੋਜ਼ਿਟ ਵਾਲੀਆਂ ਮਾਈਨਸ ਕਰੀ ਦੀਆਂ ਮਾਈਨਸ ਕਰਕੇ ਰਿਜ਼ਲਟ 0 ਨਹੀਂ ਆਇਆ ठीक है अपनी कंडीशन आ जाओ mg sin थीटा minus f equal to net force आधा समय लगी यस सर क्लियर है यस बट जे इथे अपन डिफाइन करिए बट अपना f जेड़ा वा वो ma दे बराबर है यानी से m मास वाले ब्लॉक दे अंदर एक्सेलरेशन आई है तो देयरफॉर अपनी इक्वेशन बन जानी mg sin थीटा minus force of friction equal to ma ਤੇ ਤੁਸੀਂ ਇੱਕ ਚੀਜ਼ ਹਮੇਸ਼ਾ ਦਿਮਾਗ 'ਚ ਰੱਖ ਲਿਓ ਫੋਰਸ ਆਫ ਫ੍ਰਿਕਸ਼ਨ ਨੂੰ ਜਦੋਂ ਵੀ ਸਪੈਸੀਫਾਈ ਕਰਨਾ ਇਹਨੂੰ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਦੀ ਫਾਰਮ 'ਚ ਲਿਖਣਾ ਮਿਊ ਦੀ ਫਾਰਮ 'ਚ ਲਿਖਿਆ ਜਾਏਗਾ ਹਮੇਸ਼ਾ ਠੀਕ ਹੈ ਤੇ ਆਪਾਂ f ਦੀ ਥਾਂ ਤੇ ਮਿਊ ਇਨਵੋਲਵਡ ਕਰਨਾ ਤੇ ਆਪਣੇ ਕੋਲ ਕੰਡੀਸ਼ਨ ਸੀਗੀ ਬਟ ਮਿਊ ਇਕੁਅਲ ਟੂ f/r ਮਿਊ ਇਕੁਅਲ ਟੂ f/r ਤੇ ਇਥੋਂ f ਦੀ ਵੈਲਿਊ ਆਪਣੀ ਬਣ ਗਈ ਮਿਊ r और r ਦੀ ਵੈਲਿਊ ਮੇਰੀ ਇਕੁਏਸ਼ਨ 1 ਚ ਬਣੀ ਪਈ ਆ r mg cos θ ਤੇ देयरफॉर ਆਪਣੇ ਕੋਲ ਇਥੋਂ f ਦੀ ਵੈਲਿਊ ਆ ਜਾਏਗੀ μ mg cos θ ਨਾਲ ਇਥੇ ਡਿਫਾਈਨ ਕਰ ਦੋ ਯੂਜ਼ਿੰਗ ਇਕੁਏਸ਼ਨ 1 क्या ਆ ਸਟੈਪ ਕਲੀਅਰ ਹੈ ਬੱਚੇ ਸਰ ਲਾਸਟ ਵਾਲਾ तो लास्ट ਅਸੀਂ ਸਿਰਫ ਇਹ ਕੀਤਾ ਕਿ ਵੀ f ਦੀ ਵੈਲਿਊ μ r ਬਣਦੀ ਪਈ ਆ ठीक है ਇਹਨਾਂ ਜਿੱਤੇ f by ਇਹਨੂੰ ਆਪਾਂ μ r ਦੀ ਫਾਰਮ ਚ ਲਿਖਣਾ ਪਰ r ਅਸੀਂ ਇਕੁਏਸ਼ਨ 1 ਚ ਆਲਰੇਡੀ ਬਣਾ ਕੇ ਆਏ ਆ ਕਿ ਉਹਨੂੰ mg cos θ ਲਿਖ ਸਕਦੇ ਇਸ ਲਈ ਜਿੱਥੇ μ r ਸੀਗਾ ਆਪਾਂ r ਦੀ ਵੈਲਿਊ ਨਾਲ ਪੁੱਟ ਅਪ ਕਰ ਲਈ ਤੇ ਮੈਂ ਮੇਰੀ f ਦੀ ਵੈਲਿਊ μ ਦੀ ਫਾਰਮ ਚ ਆ ਗਈ ਯੈਸ ਇਹਨੂੰ ਦੇ ਦੋ ਜਿਹੜੀ ਆਪਣੀ ਆ ਇਕੁਏਸ਼ਨ ਐਕਸਲਰੇਸ਼ਨ ਵਾਲੀ ਸੀ ਇਹਨੂੰ ਨੰਬਰ 2 ਦੇ ਕੇ h ਵੈਲਿਊ ਪੁੱਟ ਅਪ ਕਰ ਦੋ put into तो therefore अपने को बन जाना mg sin θ minus force of friction पे force of friction ਦੀ ਸਾਰੀ ਵੈਲਿਊ ਆਪਣੀ ਬਣ ਚੁੱਕੀ ਹੈ μ mg cos θ equal to ma ਤੇ ਜੇ ਮੈਂ ਇਹਦੇ ਚ ਦੇਖਾਂ ਤੇ m ਸਾਰੀ ਥਾਂ ਤੋਂ ਮੇਰਾ ਕੈਨਸਲ ਹੋ ਜੂ ਕਾਮਨ ਆ ਕੇ ਠੀਕ ਹੈ और दूसरे पासे चलिए तो a ਦਾ ਫਾਰਮੂਲਾ ਆ ਗਿਆ g ਦੋਨਾਂ ਚ ਕਾਮਨ ਹੈਗਾ ਉਹਨੂੰ ਬਾਹਰ ਰੱਖ ਲਓ g sin θ minus mu cos θ यानी इतनी एक्सेलरेशन होएगी उस ब्लॉक दी स्लाइडिंग प्लेन दे उत्ते ठीक है इस इंक्लाइंड प्लेन दे उत्ते इतनी एक्सेलरेशन ना बॉडी मूव करके आनी है जेडी किदे ते डिपेंडेंट है एक्सेलरेशन ड्यू टू ग्रेविटी और इथों एक चीज होर ऐड करन लगिया जे मैं इथों लवा a दी वैल्यू g तो कहंदा जी इस वे घट वा जे आ बॉडी इनु मैं फ्री फॉल मैं 2 तो 3 हुन इथे केस दसन लगिया उन समझियो ध्यान नाल जे मैं आ चौक ने तो फ्री फॉल करा दा ਇਹਦੇ ਅੰਦਰ ਐਕਸਲਰੇਸ਼ਨ ਨੋਟ ਕਰਨੀ ਹੋਵੇ ਕਿੰਨੀ ਹੁੰਦੀ 9.8 प्लस और माइनस प्लस बॉडी ग्रेविटी ਦੀ ਫੇਵਰ ਚ ਇਸ ਲਈ ਪਲੱਸ ਹੀ ਆਏਗਾ ਠੀਕ ਹੈ ਦੂਜੀ ਵਾਰੀ ਉਹਨੇ ਮੈਨੂੰ ਕਿਹਾ ਕਿ ਬॉडी ਇਨਕਲਾਈਨਡ ਪਲੇਨ ਤੇ ਆਂਦੀ ਪਈ ਆ
ਜਦੋਂ ਬੋਡੀ ਇਨਕਲਾਈਨਡ ਪਲੇਨ ਤੇ ਫ੍ਰੀ ਆ ਰਹੀ ਆ ਤੇ ਕਿਆ ਇਹਦੇ ਅੰਦਰ ਐਕਸਲਰੇਸ਼ਨ g ਦੇ ਬਰਾਬਰ ਆ? ਇਹ ਕਹਿੰਦੇ ਜੀ ਨਹੀਂ। ਉਹ ਕਹਿੰਦਾ ਇਹ ਚ ਐਕਸਲਰੇਸ਼ਨ ਕਿੰਨੀ ਹੋਏਗੀ? ਉਹ ਕਹਿੰਦਾ ਡਿਪੈਂਡ ਕਰੇਗਾ ਜਿਹੜੇ ਇਨਕਲਾਈਨਡ ਪਲੇਨ ਤੇ ਬੋਡੀ ਆ ਰਹੀ ਆ ਉਹ ਸਮੂਥ ਇਨਕਲਾਈਨਡ ਪਲੇਨ ਆ ਕਿ ਫ੍ਰਿਕਸ਼ਨਲ ਇਨਕਲਾਈਨਡ ਪਲੇਨ ਆ। ਜੇ ਤੇ ਆ ਸਰਫੇਸ ਫ੍ਰਿਕਸ਼ਨਲ ਇਨਕਲਾਈਨਡ ਪਲੇਨ ਆ ਤੇ ਐਕਸਲਰੇਸ਼ਨ ਦੀ ਵੈਲਿਊ g sin θ minus mu cos θ ਹੋਏਗੀ, ਜਿਸ ਚ ਐਂਗਲ ਆ ਇਨਕਲਾਈਨਡ ਪਲੇਨ ਦਾ ਤੇ ਸਰਫੇਸ ਦੀ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਦੀ ਵੈਲਿਊ, ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਤੁਸੀਂ SHA ਦੀ ਵੈਲਿਊ ਕੱਢੋਗੇ। ਪਰ ਜੇ ਮੇਰੀ ਸਰਫੇਸ, ਇੱਕ ਵਾਰੀ ਸੁਣ ਲਿਓ ਬਾਅਦ ਚ ਇੱਥੇ ਲਿਖ ਕੇ ਦੇਣਾ, ਜੇ ਮੇਰੀ ਸਰਫੇਸ ਸਮੂਥ ਸਰਫੇਸ ਹੋਵੇ, ਹੈਗੀ ਇਨਕਲਾਈਨਡ ਆ ਪਰ ਸਮੂਥ ਸਰਫੇਸ ਆ। ਸੁਖ ਮਿਲਨ ਤੋਂ ਇੱਕ ਨੂਮੈਰੀਕਲ ਦਾ ਡਾਊਟ ਭੇਜਿਆ ਸੀ, ਉਹ 'ਚ ਵਰਡ ਲੱਗਦਾ ਬੇਟਾ, ਠੀਕ ਹੈ। ਜੇ ਆ ਮੇਰੀ ਸਰਫੇਸ ਇਨਕਲਾਈਨਡ ਪਲੇਨ ਆ ਔਰ ਇਹ ਇਨਕਲਾਈਨਡ ਪਲੇਨ ਸਮੂਥ ਸਰਫੇਸ ਆ ਤੇ ਮੇਰਾ μ 0 ਹੋ ਜੂ। ਜੇ μ 0 ਹੋਏਗਾ ਕਿਉਂਕਿ μ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਆ, ਜੇ ਫ੍ਰਿਕਸ਼ਨਲ ਫੋਰਸ ਹੀ 0 ਆ, ਸਮੂਥ ਸਰਫੇਸ ਆ, ਫ੍ਰਿਕਸ਼ਨਲ ਫੋਰਸ ਹੈ ਨਹੀਂ, ਤੇ ਫਿਰ μ 0। ਇੱਥੇ μ 0 ਦਾ ਮਤਲਬ ਆ ਫਿਰ ਐਕਸਲਰੇਸ਼ਨ g sin θ। ਹੁਣ ਮੈਂ ਤਿੰਨ ਫਾਰਮੂਲੇ ਬੋਲਣ ਲੱਗਿਆ, ਉਹਨੂੰ ਦਿਮਾਗ 'ਚ ਰੱਖਿਓ। ਜੇ ਬੋਡੀ ਵਰਟੀਕਲ ਫਾਲ ਕਰਦੀ ਆ, ਜੇ ਬੋਡੀ ਵਰਟੀਕਲ ਫਾਲ ਕਰਦੀ ਆ, ਫ੍ਰੀ ਫਾਲ ਕਰਦੀ ਆ, ਤੇ ਇਹਦੀ ਐਕਸਲਰੇਸ਼ਨ ਅਸੀਂ ਲਿਖਦੇ ਹਾਂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੇ ਬਰਾਬਰ। ਜੇ ਬੋਡੀ ਮੇਰੀ ਇਨਕਲਾਈਨਡ ਪਲੇਨ ਤੇ ਆਂਦੀ ਪਈ ਆ, ਠੀਕ ਹੈ, ਔਰ ਇਹ ਤਿੰਨੇ ਦੇ ਤਿੰਨੇ ਫਾਰਮੂਲੇ ਜਿਹੜੇ ਲਿਖਾਂਗੇ ਇਹ ਇਸ ਇਕੱਲੇ ਤੋਂ ਬਣ ਜਾਣੇ ਬੇਟਾ। ਆ ਇਸ ਤੋਂ ਬਾਅਦ ਇਹਦੇ ਵਿੱਚ ਕੰਡੀਸ਼ਨ ਐਡ ਕਰਕੇ ਦੱਸੋ ਕਿੱਦਾਂ ਕਹਿਣਾ ਪਿਆ। ਜੇ ਇਸ ਵੇਲੇ ਇਨਕਲਾਈਨਡ ਪਲੇਨ ਤੇ ਬੋਡੀ ਆਂਦੀ ਪਈ ਆ ਔਰ ਇਨਕਲਾਈਨਡ ਪਲੇਨ ਮੇਰੇ ਕੋਲ ਜਿਹੜਾ ਵਾ ਆ ਮੇਰਾ ਸਮੂਥ ਹੋਵੇ, ਇਨਕਲਾਈਨਡ ਪਲੇਨ ਸਮੂਥ ਹੋਵੇ, ਇਸ ਕੇਸ ਦੇ ਅੰਦਰ ਉਹਦੀ ਐਕਸਲਰੇਸ਼ਨ ਜਿਹੜੀ ਹੋਏਗੀ ਉਹ g sin θ ਹੋਏਗੀ, ਠੀਕ ਹੈ। ਫਿਰ ਮੇਰੀ ਐਕਸਲਰੇਸ਼ਨ ਇੱਥੋਂ ਜੇ ਦੇਖ ਕੇ ਚੱਲੋ m ਛੱਡ ਦਿਓ ਇਹਦੇ ਵਿੱਚ ਤੇ g sin θ ਮੇਰੀ ਥੱਲੇ ਆਉਂਦੀ ਐਕਸਲਰੇਸ਼ਨ ਆ, ਪਰ ਕਿਉਂਕਿ ਇੱਥੇ ਫ੍ਰਿਕਸ਼ਨ ਸੀਗੀ ਇਸ ਲਈ ਕੁਝ ਟਰਮ ਮਾਈਨਸ ਹੁੰਦੀ ਪਈ, ਤੇ ਜੇ ਫ੍ਰਿਕਸ਼ਨ ਨਾ ਹੋਵੇ ਫਿਰ ਇਨਕਲਾਈਨਡ ਤੇ ਆਉਂਦੀ ਐਕਸਲਰੇਸ਼ਨ g sin θ ਬਣ ਜਾਂਦੀ ਹੈ। वर्टिकल ਦੇ ਅੰਦਰ ਐਕਸਲਰੇਸ਼ਨ g ਦੇ ਬਰਾਬਰ, ਇਨਕਲਾਈਨਡ ਸਰਫੇਸ ਤੇ ਐਕਸਲਰੇਸ਼ਨ g sin θ ਕਲੀ ਦੋ, ਪ੍ਰੋਵਾਈਡਡ ਸਰਫੇਸ ਸਮੂਥ ਹੋਵੇ। ਤੇ ਜੇ ਸਰਫੇਸ ਮੇਰੀ ਰਫ ਸਰਫੇਸ ਆ, ਜੇ ਸਰਫੇਸ ਮੇਰੀ ਇੱਥੇ ਰਫ ਸਰਫੇਸ ਆ, ਡਾਊਨਵਰਡ g sin θ ਬਣੀ, ਠੀਕ ਹੈ ਜੀ, ਡਾਊਨਵਰਡ g sin θ ਬਣੀ ਤੇ ਅਪਵਰਡ ਮੇਰੇ ਕੋਲ ਜਿਹੜਾ ਇਹਦਾ ਐਸ ਚ ਫ੍ਰਿਕਸ਼ਨਲ ਕੰਪੋਨੈਂਟ ਆਏਗਾ। ਅਲਟੀਮੇਟ ਇਸ ਕੇਸ ਦੇ ਅੰਦਰ ਫਿਰ ਐਕਸਲਰੇਸ਼ਨ ਆ ਜਿਹੜੀ ਲਿਖੀ ਆਪਾਂ ਆ ਗਿਣਾਂਗੇ g sin θ minus mu cos θ, फिर मेरा आ एक्सेलरेशन का फार्मूला। क्या आ तीन केस क्लियर हुए? तो एक्सेलरेशन दे ਜਿਹੜੇ ਤਿੰਨ ਕੇਸ ਕਰਦੇ ਪਏ, क्या ये समझ लगे बच्चे? Yes sir. बाकी क्यों बोलोगे? बाकी नहीं बोलते? Yes sir. कोई नया नहीं हो, समय लगता पिया? फिर एक बार दोबारा समझा दो। Yes sir. ਅਸੀਂ ਆ ਕਿਹਾ ਕਿ ਜੇ ਬੋਡੀ ਵਰਟੀਕਲ ਫਾਲ ਕਰਦੀ ਤੇ ਐਕਸਲਰੇਸ਼ਨ g ਦੇ ਬਰਾਬਰ ਆ, ਜੇ ਬੋਡੀ ਇਨਕਲਾਈਨਡ ਪਲੇਨ ਤੇ ਆਂਦੀ ਪਈ ਆ ਤੇ ਐਕਸਲਰੇਸ਼ਨ g sin θ ਆ। ਮੈਂ ਬਾਰ-ਬਾਰ ਕਹਿ ਰਿਹਾ ਆ ਇੱਕ ਕੱਲਾ ਫਾਰਮੂਲਾ ਯਾਦ ਕਰ ਲਓ, ਤਿੰਨੇ ਐਕਸਲਰੇਸ਼ਨ ਇਤੋਂ ਬਣਦੀਆਂ। ਜਦੋਂ ਬੋਡੀ ਵਰਟੀਕਲ ਆਂਦੀ ਪਈ ਆ, ਠੀਕ ਹੈ ਜੀ, ਇਸ ਵੇਲੇ ਐਂਗਲ ਜੇ ਸੋਚ ਕੇ ਚਲੋ, ਐਂਗਲ ਜਿਹੜਾ ਇਨਕਲਾਈਨਡ ਪਲੇਨ ਨੇ ਬਣਾਇਆ ਵਾ, ਆਪਾਂ ਆ ਗਿਆ ਵਾ, ਜੇ ਆ ਬਲੈਕ ਪੈਨ ਇਨਕਲਾਈਨਡ ਪਲੇਨ ਆ ਤੇ ਆ ऑरेंज ਪੈਨ ਮੇਰੇ ਕੋਲ ਜਿਹੜਾ ਹੌਰੀਜ਼ੌਂਟਲ ਆ, ਤੇ ਜੇ ਇਹ ਬੋਡੀ ਵਰਟੀਕਲ ਫਾਲ ਕਰਦੀ ਹੋਵੇ, ਬੋਡੀ ਇਦਾਂ ਵਰਟੀਕਲ ਆ ਰਹੀ ਆ ਤੇ ਇਹ ਐਂਗਲ θ 90 ਆ, ਠੀਕ ਹੈ, ਐਂਗਲ θ 90 ਆ, ਤੇ ਜੇ ਮੈਂ ਇੱਥੇ 90 ਭਰਾ sin 90 1 ਆ ਤੇ cos 90 0 ਆ, ਫਿਰ ਇਹ ਕੱਲਾ g ਦੇ ਬਰਾਬਰ ਰਹਿ ਜਾਂਦਾ, ਠੀਕ ਹੈ। ਫਿਰ ਰਿਪੀਟ ਕਰ ਰਿਹਾ, ਜਦੋਂ θ ਮੇਰਾ 90 ਡਿਗਰੀ ਹੋਊਗਾ, ਬੋਡੀ ਇਦਾਂ ਆ ਕੇ ਬੋਡੀ ਇਦਾਂ ਆਉਂਦੀ ਪਈ ਉੱਪਰੋਂ ਸਿੱਧੀ ਥੱਲੇ, ਤੇ ਫਿਰ θ 90 ਆ ਤੇ θ 90 ਕਰਕੇ sin 90 1 ਤੇ cos 90 0 ਤੇ ਐਕਸਲਰੇਸ਼ਨ g ਦੇ ਬਰਾਬਰ ਬਚੂਗੀ। ਪਰ ਜੇ ਬੋਡੀ ਮੇਰੀ ਐਸ ਚ ਵਰਟੀਕਲ ਪਲੇਨ ਚ ਨਾ ਆ ਕੇ ਬੋਡੀ ਇਨਕਲਾਈਨਡ ਆਂਦੀ ਹੋਵੇ, ਯਾਨੀ ਇਹਨਾਂ ਦੋਨਾਂ ਚ ਕੁਝ ਫਾਈਨਟ ਐਂਗਲ θ ਦੀ ਵੈਲਿਊ 90 ਨਹੀਂ ਹੈਗੀ, ਕੁਝ ਉਸ ਤੋਂ ਘੱਟ ਵਾ, ਤੇ ਉਸ ਕੇਸ ਦੇ ਅੰਦਰ ਹਮੇਸ਼ਾ ਸਾਡੇ ਕੋਲ ਜਿਹੜੀ ਐਕਸਲਰੇਸ਼ਨ ਆ ਉਹ g sin θ ਰਹਿ ਜਾਊ ਕੱਲੀ। ਜੇ ਸਰਫੇਸ ਸਮੂਥ ਆ, ਕਿਉਂਕਿ ਫਿਰ μ 0 ਹੋ ਜਾਣਾ, ਇਸ ਫਾਰਮੂਲੇ ਦੇ ਚੋਂ μ 0 ਕਰ ਦਿਓ, ਠੀਕ ਹੈ ਜੀ, ਤੇ ਐਕਸਲਰੇਸ਼ਨ g sin θ ਰਹਿ ਗਈ। ਤੇ ਜੇ ਸਰਫੇਸ ਮੇਰੀ ਰਫ ਵੀ ਆ, ਸਰਫੇਸ ਮੇਰੀ ਰਫ ਵੀ ਆ ਤੇ ਸਰਫੇਸ ਮੇਰੀ ਇਨਕਲਾਈਨਡ ਵੀ ਆ, ਫਿਰ ਐਕਸਲਰੇਸ਼ਨ ਦਾ ਫਾਰਮੂਲਾ g sin θ - mu cos θ। क्या तीनों फॉर्मूले क्लियर है जी? Yes, sir. Yes, sir.
इतना क्लियर है जो कर रहे हैं अपन? Yes, sir. चलो नेक्स्ट टॉपिक इसको के कंटिन्यू कर दें। एरिक फोटो क्लिक करना। नेक्स्ट आना अपने को टॉपिक बेटा, वर्क डन इन मूविंग ए बॉडी टॉपिक अपना जरा बनना समझियो दी स्टेटमेंट तो उन्होंने टॉपिक हैगा एक्सप्रेशन फॉर वर्क डन इन मूविंग ए बॉडी in moving a body up an inclined plane। जेडी बॉडी मूव करानी है ਆਪਾਂ ਕਿੱਧਰ ਨੂੰ करानी है जी देखो जरा आर्टिकल ਦੇ अकॉर्डिंगली ਕੀ ਕਹਿੰਦਾ ਹੈ ਆਪਾਂ बॉडी ਕਿੱਧਰ मूव करेगी। बॉडी किधर मूव up and हाँ जी Inclined plane. inclined plane ਦੇ ਕਿੱਧਰ ਨੂੰ ਲੈ ਕੇ ਜਾਂਦੇ ਆਪਾਂ बॉडी ਨੂੰ Upwards. upward। यानी उन्हें क्वेश्चन क्या चीज बना देती कि भी इस मोमेंट पे इस इंक्लाइंड प्लेन पे बॉडी मूव करानी है, ठीक है। ते इस इंस्टेंट पे आ ब्लॉक दे उत्ते जेडी फोर्सेस आ बार-बार कह रहे हैं आ सारा फिगर अपनी हर वाली सेम बननी है बेटा। इथे मेरे को एसएच दा जेड़ा कंपोनेंट mg cos थीटा आ गया, डाउनवर्ड फोर्स मेरे को mg sin थीटा आ गई। बॉडी कदम चली है Upwards. अपवर्ड ते जे मैं बॉडी नु अपवर्ड मोशन देना पिया अपवर्ड मूव करानी है ते फ्रिक्शनल फोर्स थल्ले नु लगू। Yes, sir. yes sir, ते बाकी जने ओते गवा जाने हो। ਇਹਦਾ मतलब जे आ बॉडी ਤੁਸੀਂ अपवर्ड लेके जानी है ਤੁਹਾਡੀ ਅਪਲਾਈਡ ਫੋਰਸ ਨੂੰ ਅਸੀਂ p ਲਿਖਦੇ ਪਏ ਆ ਕਿ ਜਿਹੜੀ ਅਸੀਂ ਅਪਲਾਈਡ ਫੋਰਸ ਹੋਏਗੀ ਉਹ p ਲਗਾਈ ਤੇ ਇਸ ਵੇਲੇ ਫਿਰ ਆ ਇਨਕਲਾਈਨਡ ਪਲੇਨ ਦੇ ਡਾਊਨਵਰਡ ਡਾਇਰੈਕਸ਼ਨ ਵੱਲ ਇੱਥੇ ਮੇਰੀ ਫ੍ਰਿਕਸ਼ਨਲ ਫੋਰਸ ਵੀ ਆ ਜਾਊ। ਇਹ ਗੱਲ ਸਮਝ ਲੱਗੀ? Yes, sir. yes Yes, sir. इस मूवमेंट ते आ लवा कि mg sin थीटा भी डाउनवर्ड आ ते फोर्स ऑफ फ्रिक्शन भी डाउनवर्ड आ ते मेनू एज सच बॉडी नु जदों मैं अपवर्ड लेके जाना ते मिनिमम फोर्स जेडी मैं अपवर्ड डायरेक्शन च लगावांगा। मैं फिर एक वर्ड ऐड कीता मिनिमम, ठीक है। असि जो वर्क कटन लगे ये मिनिमम वर्क डन होएगा इन मूविंग द बॉडी अप एन इनक्लाइंड प्लेन। ते जे मैं मिनिमम वर्क डन कढना वा कि मेनू घट्टो घट कितना करना ही पएगा वर्क डन जितो बिना बॉडी इनक्लाइंड प्लेन दे ऊपर नहीं जा सकती, ओदे वास्ते जिन्नी टोटल डाउनवर्ड फोर्स लगदी होएगी मिनिमम ओदे इक्विवेलेंट तुसी अपवर्ड फोर्स लगाओगे। Yes, sir. yes sir, जिन्ने नाल जिन्नी फोर्स ना इस नु ब्लॉक नु कोई थल्ले नु खिंचदा पिया आ दो फोर्सेस मिलके ब्लॉक नु थल्ले मूव कराना चाह रही ते जे मैं घट्टो घट बॉडी अपवर्ड कांस्टेंट स्पीड ते भी लेके जानी आ आपा एक्सेलरेटेड मोशन नहीं कह रहे, ठीक है। जे मैं कांस्टेंट स्पीड ते भी बॉडी ऊपर लेके जानी आ ते घट्टो घट मेरी अप्लाइड फोर्स इना दोना फोर्सेस दी सम टोटल दे बराबर लगू। Yes, sir. ਇਹਦਾ ਮਤਲਬ yes ਇਸ ਚੱਲੀਏ ਤੇ ਆਪਾਂ ਫਿਰ ਉਸੇ ਬਣਾ ਲਿਖਾਂਗੇ ਇਨ ਪਰਪੈਂਡੀਕੂਲਰ ਡਾਇਰੈਕਸ਼ਨ ਟੂ ਇਨਕਲਾਈਨਡ ਪਲੇਨ। ਇੱਕ ਕੰਡੀਸ਼ਨ ਇਨਕਲਾਈਨਡ ਪਲੇਨ ਦੀ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਅਬਾਊਟ ਲਿਖ ਦੋ, ठीक है। r इक्वल टू mg cos थीटा आ जाएगा। ये कंडीशन का फिर सेम वही बन गई कि भी r ते mg cos थीटा बराबर है, ठीक है। ते मिनिमम अमाउंट ऑफ वर्क डन ये इधर पे तो लिख देने मिनिमम अमाउंट ऑफ फोर्स रिक्वायर्ड, मिनिमम अमाउंट ऑफ फोर्स रिक्वायर्ड along the inclined plane, minimum force required along the inclined plane, ठीक है, to move the body up an inclined plane, to move the body up an inclined plane is given by P equal to mg sin theta plus force of friction। क्या गल समझ आई?
ਆਪਾਂ ਇਹ ਕਿਹਾ ਕਿ ਮਿਨੀਮਮ ਅਮਾਉਂਟ ਆਫ ਫੋਰਸ ਜਿਹੜੀ ਮੈਨੂੰ ਚਾਹੀਦੀ ਆ, ਠੀਕ ਹੈ ਜੀ, ਬਾਡੀ ਨੂੰ ਅਪਵਰਡ ਡਿਸਪਲੇਸ ਕਰਨ ਵਾਸਤੇ ਜਿੰਨੀ ਟੋਟਲ ਡਾਊਨਵਰਡ ਹੋਏਗੀ ਘੱਟੋ ਘੱਟ ਉਹਦੇ ਬਰਾਬਰ ਅਪਲਾਈਡ ਫੋਰਸ ਹੋ। Yes, Yes, sir. sir. देयरफॉर इस मूवमेंट ਦੇ ਵਿੱਚ ਅਸੀਂ ਵਰਕ ਡਿਫਾਈਨ ਕਰਨਾ ਹੋਵੇ ਵਰਕ ਡਨ ਇਨ ਮੂਵਿੰਗ ਦਾ ਬੋਡੀ, work done in moving the body up an inclined plane, up an inclined plane is W equal to, ਹੁਣ ਗੱਲ ਸਮਝੋ ਧਿਆਨ ਨਾਲ, ਜਿਹੜੀ ਬੋਡੀ ਤੁਸੀਂ ਮੂਵ ਕਰਾ ਰਹੇ ਉਹਨੂੰ A ਪੁਆਇੰਟ ਤੋਂ ਆ B ਪੁਆਇੰਟ ਤੇ ਮੰਨ ਲਓ ਮੈਂ ਮੂਵ ਕਰਾਣਾ ਔਰ A ਤੋਂ ਲੈ ਕੇ B ਤੱਕ ਦੀ ਉਹਦੀ ਡਿਸਪਲੇਸਮੈਂਟ ਨੂੰ ਆਪਾਂ S ਮੰਨ ਲਈਏ। ਬੋਡੀ A ਤੋਂ ਚੱਲ ਕੇ B ਤੇ ਜਦੋਂ ਪਹੁੰਚਣੀ ਉਹਦੀ ਡਿਸਪਲੇਸਮੈਂਟ S ਹੋਵੇ ਤੇ ਵਰਕ ਡਨ ਦਾ ਫਾਰਮੂਲਾ ਫੋਰਸ ਇਨਟੂ ਡਿਸਪਲੇਸਮੈਂਟ ਆ ਜਾਊ। ठीक है, ਤੇ देयरफॉर ਆਪਣੇ ਕੋਲ ਜੇ ਵਰਕ ਲਿਖ ਦੋ ਅਪਲਾਈਡ ਫੋਰਸ ਆਪਣੀ P ਆ, ਜਿਹੜੀ ਫੋਰਸ ਅਸੀਂ ਅਪਲਾਈ ਕੀਤੀ ਉਹ P ਹੈਗੀ ਤੇ ਡਿਸਪਲੇਸਮੈਂਟ ਮੇਰੀ S ਹੋਈ ਆ। ਇੰਨੀ ਗੱਲ ਸਮਝ ਆਈ? Yes, sir. Yes, sir. ਹੁਣ ਆਪਾਂ ਵੈਲਿਊ ਪੁੱਟ ਅਪ ਕਰ ਦਈਏ ਤੇ P ਦੀ ਆਪਣੇ ਕੋਲ ਵੈਲਿਊ ਹੈਗੀ ਆ mg sin θ plus F into S ਤੇ F ਬੇਟਾ ਫੇਰ ਉਹੀ ਗੱਲ ਆ ਜਾਏਗੀ ਕਿ ਫੋਰਸ ਆਫ ਫ੍ਰਿਕਸ਼ਨ ਆ ਜਿਹਨੂੰ μ ਦੀ ਫਾਰਮ ਚ ਲਿਖਣਾ ਤੇ ਨੈਕਸਟ ਲਾਈਨ ਆਪਾਂ ਡਿਫਾਈਨ ਕਰ ਦਾਂਗੇ but F equal to mu r, ਹੁਣ ਸਿੱਧਾ ਹੀ ਲਿਖ ਰਹੇ ਹਾਂ ਕਿਉਂਕਿ mu F by r ਸੀਗਾ ਤੇ F ਦੀ ਵੈਲਿਊ mu r ਔਰ ਇਕੁਏਸ਼ਨ 1 ਚ r mg cos θ ਦੇ ਇਕੁਇਵਲੈਂਟ ਆਇਆ ਹੋਇਆ, ਯਾਨੀ ਇੱਥੇ ਆ ਜਾਏਗਾ equal to mu mg cos θ। ਇਹਨੂੰ ਦਿਓ ਇਕੁਏਸ਼ਨ ਨੰਬਰ 2 ਤੇ ਆ ਜਿੰਨੀ ਵੈਲਿਊ ਮੇਰੇ ਕੋਲ ਬਣੀ ਆ ਇਹਨੂੰ ਇਕੁਏਸ਼ਨ 2 ਤੇ ਪੁੱਟ ਅਪ ਕਰ ਦਿਓ। therefore वर्क ਦਾ ਫਾਰਮੂਲਾ ਆ ਜਾਏਗਾ mg sin θ plus mu mg cos θ into s और ਇਹਦੇ ਵਿੱਚੋਂ s ਚ mg ਤੁਹਾਡਾ ਕਾਮਨ ਆ ਜਾਣਾ, mg ਆਪਣਾ ਕਾਮਨ ਆ ਜਾਏਗਾ ਤੇ ਆਪਣੇ ਕੋਲ ਬਾਕੀ ਟਰਮ ਬਣ ਜਾਣੀ sin θ plus mu cos θ into s, यानी आ मेरे को s ਚ वर्क डन ਦੀ ਵੈਲਿਊ ਆ ਜਾਏਗੀ। A minimum amount of work done when the body is moving with constant velocity in upward direction। ਗੱਲ ਸਮਝਿਓ ਧਿਆਨ ਨਾਲ, ਜੇ ਮੈਨੂੰ ਇਹ ਕਿਹਾ ਜਾਵੇ ਬੋਡੀ ਨੇ ਉੱਪਰ ਵੀ ਜਾਣਾ ਇਨਕਲਾਈਨਡ ਪਲੇਨ ਤੇ, ਬੋਡੀ ਨੇ ਸੇ ਇਨਕਲਾਈਨਡ ਪਲੇਨ ਤੇ ਅਪਵਰਡ ਵੀ ਜਾਣਾ ਤੇ ਐਕਸਲਰੇਟ ਵੀ ਕਰਨਾ ਵਾ, ਠੀਕ ਹੈ। ਬੋਡੀ ਮੰਨ ਲਓ ਆਪਣੇ ਇੱਕ ਨੂਮੈਰੀਕਲ ਹੈਗਾ ਵੀ ਆ, ਆਪਾਂ ਇਦਾਂ ਬਣਾ ਦਾਂਗੇ ਕਿ ਇੱਕ ਟ੍ਰੇਨ ਜਿਹੜੀ ਆ ਉਹ ਇਨਕਲਾਈਨਡ ਪਲੇਨ ਦੇ ਉੱਪਰ ਜਾਂਦੀ ਵੀ ਪਹਾੜ ਤੇ ਚੜਦੀ ਪਈ ਤੇ ਨਾਲੋਂ ਨਾਲ ਤੇ ਟ੍ਰੇਨ ਜਿਹੜੀ ਅਪਵਰਡ ਜਾਣੀ ਔਰ ਐਕਸਲਰੇਟ ਵੀ ਕਰੇ ਤੇ ਜੇ ਟ੍ਰੇਨ ਦੀ ਆਪਾਂ ਐਕਸਲਰੇਸ਼ਨ ਵੀ ਗਿਣਨੀ ਤੇ ਆ ਜਿਹੜੀ ਫੋਰਸ ਕੱਢੀ ਆ ਇਹ ਮਿਨੀਮਮ ਫੋਰਸ ਆ ਜਿਹੜੀ ਥੱਲੇ ਨੂੰ ਉਹਦੇ ਕਹਿੰਦਾ ਜੀ ਖਿੱਚਦੀ ਸੀ, ਇਹ ਨਾਲ ਇਹਦੇ ਬਰਾਬਰ ਦੀ ਫੋਰਸ ਤਾਂ ਮੈਂ ਲਾਉਂਗਾ ਹੀ ਲਾਉਂਗਾ ਪਲੱਸ ma ਦੇ ਬਰਾਬਰ ਮੈਂ ਐਡੀਸ਼ਨਲ ਹੋਰ ਫੋਰਸ ਲਾਉਂ ਜੇ ਮੈਂ ਬਾਡੀ ਨੂੰ ਅਪਵਰਡ ਐਕਸਲਰੇਟ ਵੀ ਕਰਾਣਾ। Yes, sir. ਇਹਦਾ Yes, ਮਤਲਬ ਪਲੱਸ ma ਦੇ ਬਰਾਬਰ ਹੋਰ ਫੋਰਸ ਐਡ ਹੋ ਜਾਏਗੀ, ठीक है, प्लस ma ਦੇ ਬਰਾਬਰ ਹੋਰ ਫੋਰਸ ਐਡ ਹੋ ਜਾਏਗੀ ਜੇ ਮੈਂ ਸਿਸਟਮ ਅਪਵਰਡ ਐਕਸਲਰੇਟ ਕਰਕੇ ਲੈ ਕੇ ਜਾਣਾ। ਇਹਦਾ ਮਤਲਬ ਫਿਰ ਇੱਥੇ f plus ma ਇਹ ਹੋਰ ਫੋਰਸ ਆਏਗੀ ਜੇ ਮੈਨੂੰ ਕੁਐਸਚਨ 'ਚ ਇਹ ਕਿਹਾ ਜਾਵੇ ਕਿ ਵੀ ਵਰਕ ਡਨ ਕੈਲਕੂਲੇਟ ਕਰੋ ਇਨ ਮੂਵਿੰਗ ਦਾ ਬਾਡੀ ਅਪ ਐਨ ਇਨਕਲਾਈਨਡ ਪਲੇਨ ਅਲੋਂਗ ਵਿਦ ਦਾ ਐਕਸਲਰੇਟਿਡ ਮੋਸ਼ਨ। ਸੋ ਜੇ ਐਕਸਲਰੇਸ਼ਨ ਵੀ ਗਿਵਨ ਆ ਫਿਰ ਪਲੱਸ ma ਹੋਰ ਚੱਲੂ ਤੇ ਜੇ ਆਪਾਂ ਮਿਨੀਮਮ ਵਰਕ ਹੀ ਕੱਢਣਾ ਵਾ ਤੇ ਫਿਰ ਮਿਨੀਮਮ ਵਰਕ ਦੇ ਅੰਦਰ ਐਕਸਲਰੇਸ਼ਨ ਨਹੀਂ ਆਣੀ, ਆ ਕਾਂਸਟੈਂਟ ਸਪੀਡ ਨਾਲ ਬਾਡੀ ਦੇ ਉੱਤੇ ਅਸੀਂ ਵਰਕ ਡਨ ਦੀ ਵੈਲਿਊ ਕੱਢਾਂਗੇ। ਕਿਆ ਇਹਨਾਂ ਸਮਝ ਲੱਗਿਆ? Yes, sir. yes, sir. ਇਹਨਾਂ ਸਾਰਿਆਂ ਨੂੰ ਕਲੀਅਰ ਆ? Yes, sir. ਜੇ ਕਿਤੇ ਸਟੈਪ ਦਾ ਇੱਥੇ ਦਾ ਕੋਈ ਡਾਊਟ ਹੈਗਾ ਤੇ ਇੱਕ ਵਾਰੀ ਜ਼ਰੂਰ ਬੋਲੋ। ਇਹਨਾਂ ਸਾਰਿਆਂ ਨੂੰ ਕਲੀਅਰ ਆ ਬੱਚੇ? Sir, ਹਾਂਜੀ ਬੋਲੋ ਜੀ। ਸਰ ਜੋ ਇੱਥੇ ਵਰਕ ਹੋਇਆ ਹੈ ਉਹ ਸਿਰਫ ਜੋ ਇੱਥੇ ਵਰਕ ਹੋਇਆ ਹਾਂਜੀ ਉਹ ਸਿਰਫ ਬੋਡੀ ਨੂੰ ਇੱਕ ਯੂਨੀਫਾਰਮ ਵੈਲੋਸਿਟੀ ਦੇਣ ਲਈ ਸੀਗਾ। ਬਿਲਕੁਲ, ਆਪਾਂ ਹੋਰ ਕੀ ਕਿਹਾ ਜੇ ਐਕਸਲਰੇਟਿਡ ਮੋਸ਼ਨ ਕਵਾਂਗੇ ਤੇ ਫਿਰ ਐਕਸਲਰੇਸ਼ਨ ਦੇ ਲਈ ਵਰਕ ਹੋਰ ਐਡੀਸ਼ਨਲ ਕਰਾਂਗੇ ਤੇ ਜੇ ਬੋਡੀ ਮੇਰੀ ਐਸ ਚ ਮਿਨੀਮਮ ਵਰਕ ਕੱਢਦੀ ਪਈ ਆ ਆਪਾਂ ਬੋਡੀ ਦੇ ਅੰਦਰ ਕਿਆ ਇੱਥੇ ਗਿਣੀ ਕਿ ਵੀ ਕੋਈ ਨੈਟ ਫੋਰਸ ਬਚੀ? ਨੋ ਸਰ। ਜੇ ਨੈਟ ਫੋਰਸ ਹੀ ਹੈ ਨਹੀਂ ਫਿਰ ਬੋਡੀ ਚ ਮਤਲਬ ਐਕਸਲਰੇਸ਼ਨ ਕੋਈ ਨਹੀਂ ਗੇਨ ਹੋ ਰਹੀ। ਯੈਸ ਸਰ। ठीक है, यस अनिशा अनिशा आवाज आ रही बच्चे?
अनीशा आवाज आ रही मेरी? चलो इतने रोक रहे हैं, इतने तक क्लियर है सारे नूं?